ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ 'ਤੇ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ ਬੇਟਾ, ਜਿਵੇਂ ਕਿ ਆਪਾਂ ਸਾਇੰਸ ਦੀ ਪ੍ਰੈਪਰੇਸ਼ਨ ਇਸ ਚੈਨਲ 'ਤੇ ਸਟਾਰਟ ਕੀਤੀ ਹੋਈ ਹੈ, ਚਾਹੇ ਉਹ CTET ਦੇ ਰਿਗਾਰਡਿੰਗ ਹੈ, PSTET ਦੇ ਰਿਗਾਰਡਿੰਗ ਹੈ, ਜਾਂ ਫਿਰ ETT ਦੇ ਵਿੱਚ ਜਿਹੜੀ ਸਾਇੰਸ ਦਾ ਪੋਰਸ਼ਨ ਆਉਂਦਾ ਹੈਗਾ ਉਹ ਲੈ ਲਓ ਤੁਸੀਂ। ਉਹਦੇ ਆਪਾਂ ਇੱਕ ਕਲਾਸ ਸੀ ਜਿਹੜੀ ਉਹ ਲਗਾ ਲਈ ਸੀ। ਅੱਜ ਆਪਾਂ ਉਹਦਾ ਸੈਕਿੰਡ ਜਿਹੜੀ ਕਲਾਸ ਆ ਉਹ ਸਟਾਰਟ ਕਰਨ ਜਾ ਰਹੇ ਹਾਂਗੇ, ਜਿਹਦੇ ਵਿੱਚ ਆਪਾਂ ਫੋਰਸ ਆਫ ਫ੍ਰਿਕਸ਼ਨ ਬਾਰੇ ਜਿਹੜਾ ਉਹ ਪੜ੍ਹਾਂਗੇ। ਸਭ ਤੋਂ ਪਹਿਲਾਂ ਜਿਹੜੇ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਨੇ, ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਹਰ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਸਮੇਂ ਟੂ ਸਮੇਂ ਸਿਰ ਪਹੁੰਚਦੀ ਰਹੇ। ਅਤੇ ਮੈਂ ਇੱਥੇ ਵੀ ਦੱਸਣਾ ਚਾਹੁੰਦੀ ਹਾਂ ਕਿ ਇਸੇ ਚੈਨਲ 'ਤੇ ਪੰਜਾਬੀ ਦਾ ਜਿਹੜਾ ਕੰਪਲਸਰੀ ਪੇਪਰ ਹੈ, ਜਿਹੜਾ ਤੁਸੀਂ ਕੁਆਲੀਫਾਈ ਕਰਨਾ ਹੈ, ਚਾਹੇ ਤੁਸੀਂ ਕਿਸੇ ਵੀ ਗੌਰਮੈਂਟ ਜੋਬ ਦੇ ਵਿੱਚ ਜਾਣਾ ਹੈਗਾ, ਉਹਦੀ ਪ੍ਰੈਪਰੇਸ਼ਨ ਵੀ ਸਟਾਰਟ ਹੋ ਚੁੱਕੀ ਹੈ। ਉਹਦੀ ਆਪਾਂ 7 ਕਲਾਸਿਸ ਅਪਲੋਡ ਕਰ ਚੁੱਕੇ ਹਾਂਗੇ, ਤੁਸੀਂ ਉਹ ਵੀ ਦੇਖ ਸਕਦੇ ਹੋਗੇ। ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਐਡ ਕਰ ਦੇਵਾਂਗੀ। ਬਾਕੀ ਕਿਸੇ ਵੀ ਤਰ੍ਹਾਂ ਦੀ ਅਪਡੇਟ ਦੇ ਲਈ ਆਪਣੇ ਚੈਨਲ ਦੇ ਨਾਲ ਜੁੜੇ ਰਹੋ। ਹਾਂਜੀ, ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ। ਫੋਰਸ ਆਫ ਫ੍ਰਿਕਸ਼ਨ। ਦੇਖੋ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਫੋਰਸ ਕੀ ਹੁੰਦੀ ਹੈਗੀ, ਹੈ ਨਾ। ਫੋਰਸ, ਪੁੱਲ ਔਰ ਪੁਸ਼ ਨੂੰ ਆਪਾਂ ਫੋਰਸ ਕਹਿ ਦਿੰਦੇ ਹੈਗੇ। ਜਦੋਂ ਕਿਸੇ ਵੀ ਚੀਜ਼ ਨੂੰ ਧੱਕਾ ਲੱਗ ਰਿਹਾ ਹੈਗਾ, ਚਾਹੇ ਆਪਾਂ ਉਹਨੂੰ ਖਿੱਚਿਆ ਹੈਗਾ, ਚਾਹੇ ਆਪਾਂ ਉਹਨੂੰ ਧੱਕਿਆ ਹੈਗਾ, ਤਾਂ ਉਹ ਫੋਰਸ ਹੁੰਦੀ ਆ। ਉਹਦੀ ਪੋਜੀਸ਼ਨ ਦੇ ਵਿੱਚ ਚੇਂਜ ਆ ਰਿਹਾ, ਉਹਦੀ ਇੱਕ ਟਾਈਪ ਹੈ ਫ੍ਰਿਕਸ਼ਨ। ਉਹ ਕੀ ਹੁੰਦਾ ਅੱਜ ਆਪਾਂ ਉਹ ਡਿਟੇਲ 'ਚ ਪੜ੍ਹਾਂਗੇ। ਇਹਦੇ 'ਤੇ ਕੁਐਸਚਨ ਬਣ ਜਾਂਦਾ ਹੁੰਦਾ ਹੈਗਾ। ਵੈਨ ਵਨ ਸਰਫੇਸ ਇਜ਼ ਮੂਵਿੰਗ ਓਵਰ ਅਨਦਰ ਸਰਫੇਸ, a force comes into play and opposes their relative motion. This force is called friction or force of friction. ਮੰਨ ਲਓ ਤੁਸੀਂ ਕਿਸੇ ਬਾਕਸ ਨੂੰ ਜਿਹੜਾ ਸਰਫੇਸ 'ਤੇ ਪਿਆ ਹੋਇਆ ਉਹਨੂੰ ਧੱਕਾ ਲਾ ਰਹੇ ਹੋਗੇ, ਤੁਸੀਂ ਉਹਨੂੰ ਧੱਕਾ ਇਸ ਡਾਇਰੈਕਸ਼ਨ ਦੇ ਵਿੱਚ ਲਾ ਰਹੇ ਹੋਗੇ, ਹੈ ਨਾ। ਤਾਂ ਜਿਹੜੀ ਫੋਰਸ ਆਫ ਫ੍ਰਿਕਸ਼ਨ ਹੋਊਗੀ ਉਹ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਐਕਟ ਕਰੂਗੀ। ਉਹ ਉਸ ਚੀਜ਼ ਨੂੰ ਮਤਲਬ ਬੈਲੈਂਸ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰੂਗੀ। ਆਪਾਂ ਸਿੰਪਲ ਜਿਹੇ ਵਰਡਸ ਦੇ ਵਿੱਚ ਕਹੀਏ, ਜਿਵੇਂ ਅੱਗੇ ਇਹਦੀ ਐਗਜ਼ਾਮਪਲ ਦਿੱਤੀ ਹੋਈ ਹੈਗੀ। ਜਿਵੇਂ ਦੇਖੋ ਤੁਸੀਂ, ਪੁਸ਼ਿੰਗ ਆ ਫੋਰਸ, ਆਪਾਂ ਫੋਰਸ ਇਸ ਡਾਇਰੈਕਸ਼ਨ ਦੇ ਵਿੱਚ ਲਾ ਰਹੇ ਹਾਂਗੇ, ਮੋਸ਼ਨ ਵੀ ਇਸ ਡਾਇਰੈਕਸ਼ਨ ਦੇ ਵਿੱਚ ਹੋ ਰਿਹਾ। ਜਿਹੜਾ ਫ੍ਰਿਕਸ਼ਨ ਦੀ ਜਿਹੜੀ ਡਾਇਰੈਕਸ਼ਨ ਹੈਗੀ, ਧਿਆਨ ਨਾਲ ਦੇਖੋ, ਫ੍ਰਿਕਸ਼ਨ ਦੀ ਡਾਇਰੈਕਸ਼ਨ ਹੈ ਜਿਹੜੀ ਉਹ ਓਪੋਜ਼ਿਟ ਹੈਗੀ, ਠੀਕ ਹੈ। ਮੋਸ਼ਨ ਇਸ ਡਾਇਰੈਕਸ਼ਨ ਦੇ ਵਿੱਚ ਹੈ, ਤੁਸੀਂ ਪੁਸ਼ ਇਸ ਡਾਇਰੈਕਸ਼ਨ 'ਚ ਕਰ ਰਹੇ ਹੋ, ਫ੍ਰਿਕਸ਼ਨ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਲੱਗ ਰਹੀ ਹੈਗੀ। ਉਸ ਤੋਂ ਬਾਅਦ ਆ ਗਈ ਫੋਰਸ ਆਫ ਫ੍ਰਿਕਸ਼ਨ। ਇਹਦੇ ਮਤਲਬ ਮੇਨ ਆਪਾਂ ਜੇ ਕਹੀਏ ਵੀ ਇਹਦੇ ਵਿੱਚ ਕਿਹੜੇ ਕਿਹੜੇ ਉਹ ਆ ਗਈਆਂ। ਫ੍ਰਿਕਸ਼ਨ ਆਲਵੇਜ਼ ਅਪੋਜ਼ਿਸ ਮੋਸ਼ਨ ਕੋਜ਼ ਇਟਸ ਐਕਟਸ ਇਨ ਅਪੋਜ਼ਿਟ ਡਾਇਰੈਕਸ਼ਨ ਆਫ ਮੋਸ਼ਨ। ਮਤਲਬ ਇਹ ਹਮੇਸ਼ਾ ਜਿਹੜੀ ਡਾਇਰੈਕਸ਼ਨ ਦੇ ਵਿੱਚ ਮੋਸ਼ਨ ਹੋ ਰਿਹਾ ਹੁੰਦਾ ਹੈ, ਜਿਹੜੀ ਡਾਇਰੈਕਸ਼ਨ ਦੇ ਵਿੱਚ ਕੋਈ ਚੀਜ਼ ਜਾ ਰਹੀ ਹੁੰਦੀ ਹੈ, ਹਮੇਸ਼ਾ ਉਸਨੂੰ ਅਪੋਜ਼ ਕਰਦੀ ਹੈਗੀ। ਫੋਰਸ ਆਫ ਫ੍ਰਿਕਸ਼ਨ ਰਾਈਜ਼ਿਜ਼ ਡਿਊ ਟੂ ਕੰਟੈਕਟ ਬਿਟਵੀਨ ਟੂ ਸਰਫੇਸਿਸ। ਦੋ ਸਰਫੇਸਿਸ ਦਾ ਕੰਟੈਕਟ ਹੋਣਾ ਜ਼ਰੂਰੀ ਹੈ। ਇੱਕ ਓਬਜੈਕਟ ਦੀ ਸਰਫੇਸ ਹੋ ਗਈ, ਇੱਕ ਜਿਹੜੀ ਆਪਣੀ ਨੀਚੇ ਅਰਥ ਦੀ ਸਰਫੇਸ ਹੋ ਗਈ, ਹੈ ਨਾ। ਜੇਕਰ ਉਹਨਾਂ ਦੇ ਵਿੱਚ ਕੰਟੈਕਟ ਹੀ ਨਹੀਂ ਹੈਗਾ ਤਾਂ ਨੋ ਫ੍ਰਿਕਸ਼ਨ, ਉੱਥੇ ਕੋਈ ਫ੍ਰਿਕਸ਼ਨ ਨਹੀਂ ਹੋਊਗੀ, ਠੀਕ ਹੈ। ਸੋ ਇਫ ਐਨ ਓਬਜੈਕਟ ਇਜ਼ ਮੂਵਿੰਗ ਔਨ ਅ ਫ੍ਰਿਕਸ਼ਨਲੈਸ ਸਰਫੇਸ, ਦੇਰ ਵਿਲ ਬੀ ਨੋ ਫੋਰਸ ਰਿਕੁਆਇਰਡ ਟੂ ਕੀਪ ਇਟ ਮੂਵਿੰਗ। ਤਾਂ ਉਹ ਆਪਣੇ ਆਪ ਹੀ ਰੁੜਦਾ ਜਾਊਗਾ ਜਿੱਥੇ ਕੋਈ ਫ੍ਰਿਕਸ਼ਨ ਹੈ ਹੀ ਨਹੀਂ। So this is because once the object start moving, there will be a frictional force to stop it, hence it will keep moving without force. ਜਿਵੇਂ ਕੋਈ ਬੋਲ ਹੈਗੀ, ਤੁਸੀਂ ਉਹਨੂੰ ਸੁੱਟ ਦਿੰਦੇ ਹੋਗੇ, ਥੋੜ੍ਹੇ ਕੁ ਟਾਈਮ ਬਾਅਦ ਜਾ ਕੇ ਉਹ ਆਪਣੇ ਆਪ ਰੁਕ ਜਾਂਦੀ ਹੈ, ਤਾਂ ਉਹ ਡਿਊ ਟੂ ਫ੍ਰਿਕਸ਼ਨ ਹੀ ਹੁੰਦਾ। ਫ੍ਰਿਕਸ਼ਨ ਹੈ ਜਿਹੜਾ ਉਹ ਤੋਂ ਓਪੋਜ਼ਿਟ ਲੱਗ ਰਿਹਾ ਹੁੰਦਾ, ਜਿਹੜਾ ਉਹਦੇ ਮੋਸ਼ਨ ਨੂੰ ਕੀ ਕਰ ਦਿੰਦਾ ਹੈਗਾ, ਅਪੋਜ਼ ਕਰ ਦਿੰਦਾ ਹੈਗਾ, ਠੀਕ ਹੈ। ਨੈਕਸਟ ਉਸ ਤੋਂ ਬਾਅਦ ਆ ਗਿਆ, ਜਿਵੇਂ ਦੇਖੋ ਆਹ ਡਾਇਗਰਾਮ ਦੇ ਵਿੱਚ ਸਮਝਾਇਆ ਵੀ ਗਿਆ ਹੈਗਾ, ਮੋਸ਼ਨ ਟੂ ਸਰਫੇਸਿਸ ਦੇ ਵਿੱਚ ਕੀ ਹੋਣਾ, ਕੰਟੈਕਟ ਹੋਣਾ ਜ਼ਰੂਰੀ ਹੈਗਾ, ਠੀਕ ਹੈ। ਹੁਣ ਇਹਦੇ ਫੈਕਟਰਸ ਕਿਹੜੇ ਕਿਹੜੇ ਨੇਗੇ, ਕਿੰਨਾ ਕਿੰਨਾ ਕਰਕੇ ਜਿਹੜੀ ਆਪਣਾ ਫ੍ਰਿਕਸ਼ਨ ਹੁੰਦਾ। ਜਿਵੇਂ ਫਸਟ ਆ ਗਿਆ ਇਰੈਗੂਲੈਰਿਟੀਜ਼ ਔਨ ਸਰਫੇਸ, ਕਿ ਜਿਹੜੀ ਆਪਣੀ ਸਰਫੇਸ ਹੈ ਉਹ ਪਲੇਨ ਨਹੀਂ ਹੋਣੀ ਚਾਹੀਦੀ, ਉਹਦੇ 'ਚ ਕੀ ਹੋਣੇ ਚਾਹੀਦੇ ਨੇ, ਇਰੈਗੂਲੈਰਿਟੀਜ਼ ਹੋਣੀਆਂ ਚਾਹੀਦੀਆਂ ਨੇ। ਫ੍ਰਿਕਸ਼ਨ ਇਜ਼ ਕ੍ਰੀਏਟਡ ਬਿਕੋਜ਼ ਆਫ ਇਰੈਗੂਲੈਰਿਟੀਜ਼ ਔਨ ਸਰਫੇਸ। ਦ ਇਰੈਗੂਲੈਰਿਟੀਜ਼ ਔਨ ਸਰਫੇਸ ਰਿਜ਼ਲਟ ਇਨ ਇੰਟਰਲੋਕਿੰਗ ਆਫ ਟੂ ਸਰਫੇਸਿਸ। ਜਿਵੇਂ ਇੱਕ ਦੇ ਵਿੱਚ ਸਰਫੇਸ ਚਾਨ ਹੈ ਅਤੇ ਜਿਹੜੀ ਉਹਦੇ ਉੱਤੇ ਕੋਈ ਬਾਕਸ ਮੂਵ ਕਰ ਰਿਹਾ ਉਹ ਇਸ ਤਰ੍ਹਾਂ ਦਾ, ਤਾਂ ਉਹ ਇੰਟਰਲੋਕਿੰਗ ਹੋ ਜਾਂਦੀ ਹੈ, ਠੀਕ ਹੈ, ਅੜ ਜਾਂਦੀਆਂ ਨੇ ਜੇ ਆਪਾਂ ਪੰਜਾਬੀ 'ਚ ਕਹੀਏ। ਦ ਇੰਟਰਲੋਕਿੰਗ ਬਿਟਵੀਨ ਟੂ ਸਰਫੇਸਿਸ ਕਾਜ਼ ਫ੍ਰਿਕਸ਼ਨ, ਹੈਂਸ ਫੋਰਸ ਆਫ ਫ੍ਰਿਕਸ਼ਨ ਵਿਲ ਬੀ ਗ੍ਰੇਟਰ ਇਨ ਕੇਸ ਆਫ ਰਫ ਸਰਫੇਸ ਐਜ਼ ਕੰਪੇਅਰ ਟੂ ਸਮੂਥ ਸਰਫੇਸ। ਇੱਕ ਸਰਫੇਸ ਸਮੂਥ ਹੈ, ਉਹਦੇ ਉੱਤੇ ਇੱਕ ਹੋਰ ਸਰਫੇਸ ਜਾ ਰਹੀ ਹੈਗੀ, ਤਾਂ ਉਹਨਾਂ 'ਚ ਫ੍ਰਿਕਸ਼ਨ ਘੱਟ ਹੋਊਗੀ ਐਜ਼ ਕੰਪੇਅਰ ਟੂ ਜਿਹੜੀ ਕੀ ਹੋਣਗੀ ਆਪਣੇ ਕੋਲ ਰਫ ਸਰਫੇਸ ਹੋਊਗੀ, ਠੀਕ ਹੈ।
ਨੈਕਸਟ ਪੁਆਇੰਟ ਦੇਖੋ, ਜਿਵੇਂ ਆਹ ਡਾਇਗਰਾਮ ਦੇ ਵਿੱਚ ਦਿਖਾਇਆ ਹੋਇਆ ਸਰਫੇਸ A ਤੇ B ਆਪਸ ਦੇ ਵਿੱਚ ਕੀ ਕਰ ਰਹੇ ਨੇਗੇ, ਇੱਥੇ ਆਪਸ ਦੇ ਵਿੱਚ ਇਹ ਕੀ ਕਰ ਗਈਆਂ, ਇੱਕ ਦੂਜੇ ਦੇ ਮਤਲਬ ਟੱਚ 'ਚ ਨੇ, ਕੰਟੈਕਟ 'ਚ ਨੇਗੀਆਂ, ਠੀਕ ਹੈ। ਨੈਕਸਟ ਆ ਗਈ, ਜਿਵੇਂ ਦੀ ਐਗਜ਼ਾਮਪਲ ਦਿੱਤੀ ਹੋਈ ਹੈਗੀ, ਇਫ ਯੂ ਪੁਸ਼ ਅ ਪੈਨ ਐਂਡ ਲੈਟ ਇਟ ਰੋਲ then it will cover more distance before stopping on the plain smooth surface than when it is rolled on the smooth covered। ਇਹ ਤੁਸੀਂ ਘਰੇ ਵੀ ਕਰਕੇ ਦੇਖ ਸਕਦੇ ਹੋਗੇ ਇਹ ਐਗਜ਼ਾਮਪਲ, ਕਿ ਤੁਸੀਂ ਇੱਕ ਪੈਨ ਲੈਣਾ ਹੈਗਾ ਬੇਟਾ, ਅਤੇ ਜਦੋਂ ਤੁਸੀਂ ਉਹਨੂੰ ਰੋਲ ਕਰਦੇ ਹੋ, ਇੱਦਾਂ ਰੋੜਦੇ ਹੋਗੇ, ਤਾਂ ਉਹ ਜਿਹੜੀ ਪਲੇਨ ਸਰਫੇਸ 'ਤੇ ਉਹ ਜ਼ਿਆਦਾ ਟਾਈਮ ਤੱਕ ਜਾਊਗਾ। ਜੇਕਰ ਤੁਸੀਂ ਉਸੇ ਸਰਫੇਸ 'ਤੇ ਕੋਈ ਕੱਪੜਾ ਵਿਛਾ ਲੈਂਦੇ ਹੋ ਤਾਂ ਉਹ ਥੋੜ੍ਹੇ ਕੁ ਟਾਈਮ ਬਾਅਦ ਰੁਕ ਜੂਗਾ। ਇਹੀ ਹੁੰਦਾ ਕਿ ਜਿਹੜੀ ਸਮੂਥ ਸਰਫੇਸ ਹੁੰਦੀ ਹੈ ਨਾ, ਉੱਥੇ ਫ੍ਰਿਕਸ਼ਨ ਬਹੁਤ ਘੱਟ ਹੁੰਦੀ ਆ, ਉੱਥੇ ਮੋਸ਼ਨ ਨੂੰ ਪੋਜ਼ ਕਰਨ ਦੇ ਲਈ ਫ੍ਰਿਕਸ਼ਨ ਹੁੰਦੀ ਹੋਈ ਨਹੀਂ। ਅਤੇ ਜਦੋਂ ਆਪਾਂ ਕੋਈ ਕਲੋਥ ਵਿਛਾ ਦਿੰਦੇ ਹੈਗੇ ਤਾਂ ਉੱਥੇ ਕੀ ਹੋ ਜਾਂਦੇ, ਇਰੈਗੂਲਰਿਟੀਜ਼ ਆ ਜਾਂਦੀਆਂ ਸਰਫੇਸ ਦੇ ਵਿੱਚ, ਫ੍ਰਿਕਸ਼ਨ ਜ਼ਿਆਦਾ ਹੋ ਜਾਂਦੀ ਹੈਗੀ, ਜਿਹਦੇ ਕਰਕੇ ਕੀ ਆ ਉਹ ਥੋੜ੍ਹੇ ਕੁ ਟਾਈਮ ਬਾਅਦ ਸਟੋਪ ਕਰ ਜਾਂਦੀ ਹੈਗੀ, ਠੀਕ ਹੈ। ਨੈਕਸਟ ਆ ਗਿਆ ਸੈਕਿੰਡ ਪੁਆਇੰਟ, ਪ੍ਰੈਸ਼ਰ ਬਿਟਵੀਨ ਟੂ ਸਰਫੇਸਿਸ। ਇਹ ਵੀ ਇੰਪੋਰਟੈਂਟ ਪੁਆਇੰਟ ਹੈਗਾ, ਪ੍ਰੈਸ਼ਰ ਬਿਟਵੀਨ ਟੂ ਸਰਫੇਸਿਸ। ਜਿੱਦਾਂ ਜਿੱਦਾਂ ਆਪਾਂ ਪ੍ਰੈਸ਼ਰ ਇਨਕਰੀਜ਼ ਕਰ ਦਾਂਗੇ ਦੋ ਸਰਫੇਸਿਸ ਦੇ ਵਿੱਚ, ਫੋਰਸ ਆਫ ਫ੍ਰਿਕਸ਼ਨ ਵੀ ਇਨਕਰੀਜ਼ ਕਰੂਗਾ, ਠੀਕ ਹੈ। ਜਿਵੇਂ ਕਹਿੰਦੇ ਇਨ ਅਦਰ ਵਰਡਸ, ਟੂ ਸਰਫੇਸਿਸ ਆਰ ਪ੍ਰੈਸਡ ਹਾਰਡੈਸਟ ਅਗੇਂਸਟ ਈਚ ਅਦਰ। ਜੇਕਰ ਆਪਾਂ ਦੋ ਸਰਫੇਸਿਸ ਨੂੰ ਇੱਕ ਦੂਜੇ 'ਤੇ ਪ੍ਰੈਸ ਕਰਾਂਗੇ ਤਾਂ ਕੀ ਹੋਊਗਾ ਵੀ ਉਹਨਾਂ ਦੇ ਵਿੱਚ ਜਿਹੜੀ ਫ੍ਰਿਕਸ਼ਨ ਹੋਊਗੀ ਉਹ ਵੀ ਇਨਕਰੀਜ਼ ਕਰੂਗੀ। ਜਿਵੇਂ ਆਹ ਦਿੱਤੀ ਹੋਈ ਹੈਗੀ ਸਮੋਲ ਵਰਟੀਕਲ ਰੋਡ ਸਰਫੇਸ ਦਿੱਤੀ ਹੋਈਆਂ ਨੇ, ਆਹ ਲਾਰਜ ਵਰਟੀਕਲ ਰੋਡ ਹੈਗੀ, ਠੀਕ ਹੈ। ਇੱਥੇ ਐਗਜ਼ਾਮਪਲ ਤੁਸੀਂ ਕੀ ਲੈ ਸਕਦੇ ਹੋਗੇ ਵੀ, ਯੂ ਮਸਟ ਹੈਵ ਸੀਨ ਦੈਟ ਮੂਵਿੰਗ ਅ ਹੈਵੀ ਬਾਕਸ ਇਜ਼ ਡਿਫੀਕਲਟ ਐਜ਼ ਕੰਪੇਅਰ ਟੂ ਮੂਵਿੰਗ ਅ ਲਾਈਟ ਬਾਕਸ। ਜਦੋਂ ਆਪਾਂ ਇੱਕ ਭਾਰਾ ਬਾਕਸ ਹੁੰਦਾ ਹੈਗਾ, ਉਹਨੂੰ ਕੀ ਕਰਨਾ, ਮੂਵ ਕਰਨਾ ਡਿਫੀਕਲਟ ਹੁੰਦਾ ਹੈ ਐਜ਼ ਕੰਪੇਅਰ ਟੂ ਲਾਈਟਰ ਬਾਕਸ, ਕਿਉਂਕਿ ਜਿਹੜਾ ਹੈਵੀ ਬਾਕਸ ਹੈ ਉਹ ਸਰਫੇਸ 'ਤੇ ਪ੍ਰੈਸ਼ਰ ਵੀ ਕੀ ਕਰ ਰਿਹਾ ਹੋਊਗਾ, ਜ਼ਿਆਦਾ ਲਾ ਰਿਹਾ ਹੋਊਗਾ, ਅਤੇ ਉੱਥੇ ਪ੍ਰੈਸ਼ਰ ਜ਼ਿਆਦਾ ਤਾਂ ਉੱਥੇ ਫ੍ਰਿਕਸ਼ਨ ਵੀ ਕੀ ਹੋਊਗਾ, ਜ਼ਿਆਦਾ ਹੋਊਗਾ। ਸੋ ਓਬਵੀਅਸ ਹੈ ਨਾ, ਜਦੋਂ ਆਪਾਂ ਕਿਹਾ ਪ੍ਰੈਸ਼ਰ ਜ਼ਿਆਦਾ ਤਾਂ ਫ੍ਰਿਕਸ਼ਨ ਵੀ ਜ਼ਿਆਦਾ ਹੋਊਗਾ, ਤਾਂ ਉਹਦੇ ਕਰਕੇ ਕੀ ਹੋਊਗੀ, ਉਹ ਸਲੋਲੀ ਮੂਵ ਕਰੂਗਾ ਐਜ਼ ਕੰਪੇਅਰ ਟੂ ਲਾਈਟਰ ਵਨ, ਠੀਕ ਹੈ। ਨੈਕਸਟ ਆ ਗਿਆ ਟਾਈਪਸ ਆਫ ਫ੍ਰਿਕਸ਼ਨ। ਤਿੰਨ ਤਰ੍ਹਾਂ ਦਾ ਫ੍ਰਿਕਸ਼ਨ ਆ ਗਿਆ ਮੇਨ, ਸਟੈਟਿਕ ਫ੍ਰਿਕਸ਼ਨ, ਸਲਾਈਡਿੰਗ ਫ੍ਰਿਕਸ਼ਨ ਅਤੇ ਰੋਲਿੰਗ ਫ੍ਰਿਕਸ਼ਨ। ਐਗਜ਼ਾਮਪਲ ਇੱਥੇ ਦਿੱਤੀ ਹੋਈ ਹੈ, ਸਟੈਟਿਕ ਫ੍ਰਿਕਸ਼ਨ, ਸਲਾਈਡਿੰਗ ਫ੍ਰਿਕਸ਼ਨ ਅਤੇ ਰੋਲਿੰਗ ਫ੍ਰਿਕਸ਼ਨ। ਆਪਾਂ ਇੱਕ ਇੱਕ ਕਰਕੇ ਪੜ੍ਹਦੇ ਹਾਂ। ਸਟੈਟਿਕ ਫ੍ਰਿਕਸ਼ਨ ਕਿਹੜਾ ਆ ਗਿਆ, ਇਟ ਇਜ਼ ਦਾ ਫੋਰਸ ਰਿਕੁਆਇਰਡ ਟੂ ਓਵਰਕਮ ਫ੍ਰਿਕਸ਼ਨ ਐਟ ਐਨ ਇੰਸਟੈਂਟ ਆਫ ਐਨ ਓਬਜੈਕਟ ਸਟਾਰਟ ਮੂਵਿੰਗ ਫਰੋਮ ਰੈਸਟ। ਜਦੋਂ ਕੋਈ ਜਮ੍ਹਾਂ ਬਾਕਸ ਆਪਾਂ ਰੈਸਟ ਤੋਂ ਮੂਵ ਕਰਾਉਂਦੇ ਆਂਗੇ ਤਾਂ ਉਦੋਂ ਜਿਹੜੀ ਫ੍ਰਿਕਸ਼ਨ ਨੂੰ ਓਵਰਕਮ ਕਰਨ ਦੇ ਲਈ ਜਿਹੜੀ ਆਪਾਂ ਨੂੰ ਫੋਰਸ ਚਾਹੀਦੀ ਹੈ ਉਹਨੂੰ ਸਟੈਟਿਕ ਫ੍ਰਿਕਸ਼ਨ ਕਹਿੰਦਾ। ਕਿਉਂਕਿ ਇੱਕੋ ਦਮ ਤੁਸੀਂ ਯਾਦ ਕਰੋ, ਤੁਸੀਂ ਕਦੇ ਵੀ ਕੋਈ ਭਾਰੀ ਬਾਕਸ ਹੈ, ਜਿਵੇਂ ਚਾਹੇ ਉਹ ਕੋਈ ਵੀ ਜਿਹਦੇ 'ਚ ਫਰਿੱਜ ਹੈ, ਕੂਲਰ ਹੈ, ਕੁਛ ਲੈ ਕੇ ਆਇਓ, ਜੋ ਤੁਸੀਂ ਉਹਨੂੰ ਇੱਕੋ ਦਮ ਧੱਕਾ ਲਾਉਂਦੇ ਹੋ, ਇੱਕੋ ਦਮ ਨਹੀਂ ਮੂਵ ਕਰਦਾ, ਥੋੜ੍ਹਾ ਜਿਹਾ ਪ੍ਰੈਸ਼ਰ ਫੋਰਸ ਲਾਉਣੀ ਪੈਂਦੀ ਹੈ, ਤਾਂ ਉਹ ਫ੍ਰਿਕਸ਼ਨ ਨੂੰ ਓਵਰਕਮ ਕਰਨ ਦੀ ਲਾਉਣੀ ਪੈਂਦੀ ਹੈ, ਅਤੇ ਉਹਨੂੰ ਕੀ ਕਹਿੰਦੇ ਆਪਾਂ, ਸਟੈਟਿਕ ਫ੍ਰਿਕਸ਼ਨ ਕਹਿੰਦੇ ਆਂਗੇ। ਸੈਕਿੰਡ ਆ ਗਿਆ ਆਪਣਾ ਸਲਾਈਡਿੰਗ ਫ੍ਰਿਕਸ਼ਨ। ਸਲਾਈਡਿੰਗ ਫ੍ਰਿਕਸ਼ਨ ਕੀ ਹੁੰਦਾ ਹੈਗਾ, ਜਿਹੜੀ ਫੋਰਸ ਚਾਹੀਦੀ ਆਪਾਂ ਨੂੰ ਜਦੋਂ ਉਹ ਆਲਰੇਡੀ ਸੇਮ ਸਪੀਡ ਦੇ ਵਿੱਚ ਮੂਵ ਕਰ ਰਿਹਾ ਹੈਗਾ, ਜਿਵੇਂ ਪੁਸ਼ਿੰਗ ਆ ਬਾਕਸ ਵਿਚ ਇਜ਼ ਆਲਰੇਡੀ ਇਨ ਮੋਸ਼ਨ, ਜਿਹੜੀ ਆਲਰੇਡੀ ਮੋਸ਼ਨ 'ਚ ਹੈ। ਮਤਲਬ ਸਟੈਟਿਕ ਫ੍ਰਿਕਸ਼ਨ ਜਿਵੇਂ ਨਾਮ ਤੋਂ ਕਲੀਅਰ ਹੈ, ਜਦੋਂ ਰੈਸਟ ਤੋਂ ਆਪਾਂ ਕਿਸੇ ਚੀਜ਼ 'ਤੇ ਫੋਰਸ ਲਾਣੀ ਹੈ। ਸਲਾਈਡਿੰਗ ਫ੍ਰਿਕਸ਼ਨ ਹੋ ਗਿਆ ਜਦੋਂ ਕੋਈ ਚੀਜ਼ ਆਲਰੇਡੀ ਕੀ ਆ, ਮੋਸ਼ਨ ਦੇ ਵਿੱਚ ਹੈਗੀ, ਠੀਕ ਹੈ। ਥਰਡ ਆ ਗਿਆ ਰੋਲਿੰਗ ਫ੍ਰਿਕਸ਼ਨ। ਰੋਲਿੰਗ ਫ੍ਰਿਕਸ਼ਨ ਜਿਵੇਂ ਆਪਾਂ ਨੂੰ ਨਾਮ ਤੋਂ ਕਲੀਅਰ ਹੋਇਆ, ਜਦੋਂ ਆਪਾਂ ਚੀਜ਼ ਨੂੰ ਰੋਲ ਕਰ ਦਿਆਂਗੇ। ਇਹਦੇ ਵਿੱਚ ਤੁਸੀਂ ਬੈਸਟ ਐਗਜ਼ਾਮਪਲ ਹੈ ਜਿਹੜੀ ਬੇਟਾ ਉਹ ਯਾਦ ਰੱਖ ਸਕਦੇ ਹੋਗੇ, ਸਿਲੰਡਰ ਦੀ। ਸਿਲੰਡਰ ਨੂੰ ਆਪਾਂ ਰੋਲ ਕਰ ਦਿਆਂਗੇ ਤਾਂ ਐਜ਼ ਕੰਪੇਅਰ ਟੂ ਸਿਲੰਡਰ ਨੂੰ ਉਂਝ ਖਿੱਚਣ ਦੀ ਬਜਾਏ ਆਪਾਂ ਰੋਲ ਕਰਦੇ ਹਾਂ, ਕਿਉਂਕਿ ਉਦੋਂ ਫ੍ਰਿਕਸ਼ਨ ਕੀ ਹੋ ਜਾਂਦਾ, ਘੱਟ ਜਾਂਦਾ ਹੈਗਾ ਡਿਊਰਿੰਗ ਰੋਲਿੰਗ, ਠੀਕ ਹੈ। ਨੈਕਸਟ ਇਨਕਰੀਜ਼ਿਜ਼ ਔਰ ਡਿਕਰੀਜ਼ਿੰਗ ਫ੍ਰਿਕਸ਼ਨ। ਪਹਿਲਾਂ ਆ ਗਿਆ ਇਨਕਰੀਜ਼ਿੰਗ ਫ੍ਰਿਕਸ਼ਨ। ਫ੍ਰਿਕਸ਼ਨ ਕਦੋਂ ਇਨਕਰੀਜ਼ ਹੁੰਦਾ ਹੈਗਾ, ਕੁਛ ਕੁ ਕੇਸਿਸ ਦੇ ਵਿੱਚ ਇਨਕਰੀਜ਼ ਹੁੰਦਾ ਹੈ, ਕੁਛ ਕੁ ਕੇਸਿਸ ਦੇ ਵਿੱਚ ਡਿਕਰੀਜ਼ ਹੁੰਦਾ ਹੈਗਾ। ਜਿਵੇਂ ਫਸਟ ਐਗਜ਼ਾਮਪਲ ਦਿੱਤੀ ਹੋਈ ਹੈਗੀ ਜਿਹੜੀ ਇਹਨਾਂ ਨੇ ਆਪਾਂ ਨੂੰ, ਬ੍ਰੇਕ ਪੈਡਸ ਆਰ ਐਡਡ ਇਨ ਬਾਈਸਾਈਕਲਸ। ਜਿਹੜੇ ਆਪਣੇ ਬਾਈਸਾਈਕਲਸ ਹੁੰਦੇ ਨੇਗੇ, ਬ੍ਰੇਕ ਪੈਡਸ ਲਾਏ ਜਾਂਦੇ ਉਹਨਾਂ ਦੇ ਟਾਇਰਸ ਦੇ ਕੋਲੇ, ਤਾਂ ਕਿ ਉਹ ਇੱਕਦਮ ਫ੍ਰਿਕਸ਼ਨ ਨੂੰ ਇਨਕਰੀਜ਼ ਕਰ ਦੇਣ ਅਤੇ ਜਿਹੜਾ ਸਾਈਕਲ ਆ ਉਹ ਆਪਣਾ ਰੁਕ ਜੇ। ਦੂਜਾ ਕਬੱਡੀ ਪਲੇਅਰਸ ਹੋ ਗਏ, ਉਹ ਆਪਦੇ ਜਿਹੜੇ ਹੈਂਡਸ ਨੇ ਉਹਨਾਂ ਨੂੰ ਮਿੱਟੀ ਨਾਲ ਰਬੜਦੇ ਨੇ, ਤਾਂ ਕਿ ਉਹਨਾਂ ਦੀ ਹੈਂਡਸ ਦੀ ਗ੍ਰਿਪ ਜ਼ਿਆਦਾ ਵਧੀਆ ਬਣ ਸਕੇ, ਉਹਨਾਂ ਦੀ ਜਿਹੜੀ ਫ੍ਰਿਕਸ਼ਨ ਆ ਉਹ ਇਨਕਰੀਜ਼ ਹੋ ਸਕੇ, ਉਹ ਪਕੜ ਸਕਣ ਸਾਹਮਣੇ ਵਾਲੇ ਬੰਦੇ ਨੂੰ, ਠੀਕ ਹੈ।
ਜਿਹੜੇ ਆਪਣੇ ਸ਼ੂਜ਼ ਆ ਗਏ ਸਮਟਾਈਮਸ ਉਹਨਾਂ ਦੇ ਜਿਹੜੇ ਤਲੇ ਹੁੰਦੇ ਆਗੇ ਉਹ ਥਰੈਡਸ ਹੁੰਦੇ ਆ ਜਾਂ ਗਰੋਵਡ ਹੁੰਦੇ ਆਗੇ, ਹੈ ਨਾ, ਜਿਵੇਂ ਆ ਐਗਜ਼ਾਮਪਲ ਦਿੱਤੀ ਹੋਈ ਇਹਨਾਂ ਦੇ, ਤਾਂ ਕਿ ਉਹ ਜ਼ਿਆਦਾ ਧਰਤੀ 'ਤੇ ਜ਼ਿਆਦਾ ਸਲਿੱਪਰੀ ਨਾ ਬਣ ਸਕਣ, ਪਰ ਜ਼ਿਆਦਾ ਸਪੀਡ ਨਾਲ ਜਾ ਸਕੀਏ, ਫ੍ਰਿਕਸ਼ਨ ਘੱਟ ਲੱਗੇ ਉਹਨਾਂ 'ਤੇ। ਜਿਵੇਂ ਦੇਖੋ ਕਿੱਥੇ ਤਾਂ ਜਿਹੜਾ ਆਹ ਟਾਇਰ ਆ ਗਾ, ਇਹ ਕਿੱਥੇ ਤਾਂ ਬੇਟਾ ਜਮਾ ਸਮੂਥ ਹੁੰਦਾ, ਤਾਂ ਉਹ ਪਤਾ ਹੀ ਲੱਗਣਾ ਸੀ। ਹੁਣ ਇਹਦੇ ਵਿੱਚ ਆ ਜਿਹੜੇ ਪਾਏ ਗਏ ਨੇ ਤਾਂ ਹੀ ਪਾਏ ਗਏ ਨੇ ਤਾਂ ਕਿ ਫ੍ਰਿਕਸ਼ਨ ਕੀ ਹੋਵੇ, ਘੱਟ ਹੋਵੇ, ਠੀਕ ਹੈ। ਨੈਕਸਟ ਆ ਗਿਆ ਡਿਕਰੀਜ਼ਿੰਗ ਫ੍ਰਿਕਸ਼ਨ। ਪਾਊਡਰ ਇਜ਼ ਯੂਜ਼ਡ ਟੂ ਰਿਡਿਊਸ ਫ੍ਰਿਕਸ਼ਨ ਵਾਈਲ ਪਲੇਇੰਗ ਕੈਰਮ। ਕੈਰਮ ਦੀ ਸਰਫੇਸ ਹੈ ਜਿਹੜੀ ਕਿੰਨੀ ਸਮੂਥ ਹੁੰਦੀ ਹੈਗੀ, ਅਤੇ ਉੱਥੇ ਉਹਨੂੰ ਹੋਰ ਸਮੂਥ ਕਰਨ ਦੇ ਲਈ ਤਾਂ ਕਿ ਫ੍ਰਿਕਸ਼ਨ ਕੀ ਹੈ, ਘੱਟ ਜੇ, ਆਪਾਂ ਕੀ ਯੂਜ਼ ਕਰਦੇ ਹਾਂ, ਪਾਊਡਰ ਯੂਜ਼ ਕਰ ਦਿਆਂਗੇ। ਜਿਹੜੇ ਆਪਣੇ ਗੇਟਸ ਨੇਗੇ, ਡੋਰ ਆ ਗਏ, ਉਹਨਾਂ ਨੂੰ ਚੰਗੀ ਤਰ੍ਹਾਂ ਵੀ ਈਜ਼ੀਲੀ ਉਹ ਬੰਦ ਹੋ ਜਾਣ ਸਮੂਥਲੀ, ਉੱਥੇ ਵੀ ਆਪਾਂ ਆਇਲ ਯੂਜ਼ ਕਰ ਦਿਆਂਗੇ। ਮਸ਼ੀਨ ਦੇ ਵਿੱਚ ਆਪਾਂ ਲਿਊਬਰੀਕੈਂਟ ਆਇਲ ਯੂਜ਼ ਕਰਦੇ ਹਾਂ, ਜਿਹਨੂੰ ਮਗਲੈਲ ਕਹਿ ਦਿੰਦੇ ਆਪਣੀ ਆਮ ਭਾਸ਼ਾ ਦੇ ਵਿੱਚ, ਗਰੀਸ ਕਹਿ ਦਿੰਦੇ ਆਪਾਂ, ਗ੍ਰੇਫਾਈਟ ਕਹਿ ਦਿੰਦੇ ਹਾਂ, ਇਹ ਐਜ਼ ਏ ਲੂਬਰੀਕੈਂਟ ਯੂਜ਼ ਹੁੰਦੇ ਨੇਗੇ, ਠੀਕ ਹੈ। ਅਤੇ ਇਹ ਸਾਰੀਆਂ ਚੀਜ਼ਾਂ ਕਾਹਦੇ ਲਈ ਹੁੰਦੀਆਂ ਨੇਗੀਆਂ, ਫ੍ਰਿਕਸ਼ਨ ਨੂੰ ਡਿਕਰੀਜ਼ ਕਰਨ ਦੇ ਲਈ ਹੁੰਦੀਆਂ ਨੇਗੀਆਂ, ਠੀਕ ਹੈ। ਉਸ ਤੋਂ ਬਾਅਦ ਕਿਹੜੇ ਕਿਹੜੇ ਫੈਕਟਰਸ ਇੰਪੈਕਟ ਕਰਦੇ ਨੇਗੇ ਆਪਣੇ ਫ੍ਰਿਕਸ਼ਨ ਨੂੰ। ਸ਼ੇਪ ਆਫ ਦਾ ਓਬਜੈਕਟ ਅਫੈਕਟ ਕਰਦੀ ਹੈਗੀ, ਨੇਚਰ ਆਫ ਦਾ ਫਲੂਇਡ ਜੇ ਕਿੱਦਾਂ ਦਾ ਯੂਜ਼ ਕਰ ਰਹੇ ਹੋ, ਅਤੇ ਸਪੀਡ ਕਿੰਨੀ ਓਬਜੈਕਟ ਦੀ। ਇਹ ਤਿੰਨ ਚੀਜ਼ਾਂ ਨੇ, ਇਹਦੀ ਡਿਟੇਲ 'ਚ ਜਾਣ ਦੀ ਲੋੜ ਨਹੀਂ ਤੁਹਾਨੂੰ। ਇੱਕ ਸ਼ੇਪ, ਇੱਕ ਨੇਚਰ ਅਤੇ ਇੱਕ ਸਪੀਡ, ਠੀਕ ਹੈ। ਅਤੇ ਉਸ ਤੋਂ ਬਾਅਦ ਇੱਕ ਫਲੂਇਡ ਫ੍ਰਿਕਸ਼ਨ ਆ ਗਿਆ ਐਂਡ 'ਤੇ, ਜਿਹੜਾ ਇਹ ਗੈਸਿਸ ਅਤੇ ਲਿਕੁਇਡ ਦੇ ਵਿੱਚ ਹੁੰਦਾ ਹੈਗਾ, ਜਿਹੜਾ ਫਲੂਇਡ ਫ੍ਰਿਕਸ਼ਨ ਹੁੰਦਾ ਹੈਗਾ, ਠੀਕ ਹੈ। ਇਹ ਕਾਹਦੇ ਕਰਕੇ, ਜਿਵੇਂ ਇੱਕ ਐਰੋਪਲੇਨ ਹੈਗਾ, ਐਰੋਪਲੇਨ ਮੂਵਸ ਇਨ ਏਅਰ ਫੇਸਿਸ ਰੈਜ਼ਿਸਟੈਂਸ ਫਰੋਮ ਏਅਰ ਵਿਚ ਇਜ਼ ਡਿਊ ਟੂ ਫ੍ਰਿਕਸ਼ਨ, ਕਿਉਂਕਿ ਏਅਰ ਦੇ ਵਿੱਚ ਵੀ ਫ੍ਰਿਕਸ਼ਨ ਹੁੰਦਾ ਹੈਗਾ। ਬੋਟ ਮੂਵਿੰਗ ਇਨ ਵਾਟਰ, ਉਹ ਵੀ ਰੈਜ਼ਿਸਟੈਂਸ ਫੀਲ ਕਰਦੀ ਹੈ ਡਿਊ ਟੂ ਫ੍ਰਿਕਸ਼ਨ। ਉਹ ਐਂ ਤਾਂ ਨਹੀਂ ਹੈਗਾ ਵੀ ਜੇ ਬੋਟ ਪਾਣੀ 'ਚ ਜਾ ਰਹੀ ਹੈ ਤਾਂ ਪੂਰੀ ਫੁੱਲ ਸਪੀਡ 'ਤੇ ਜਾ ਰਹੀ ਹੁੰਦੀ, ਉਹਨੂੰ ਵੀ ਅੱਗੋਂ ਅਪੋਜ਼ ਕਰ ਰਿਹਾ ਹੁੰਦਾ ਉਹਦੇ ਮੋਸ਼ਨ ਨੂੰ। ਜੇ ਬੋਟ ਇੱਦਾਂ ਜਾ ਰਹੀ ਹੈ ਤਾਂ ਫੋਰਸ ਆਫ ਫ੍ਰਿਕਸ਼ਨ ਇਸ ਡਾਇਰੈਕਸ਼ਨ ਦੇ ਵਿੱਚ ਲੱਗ ਰਿਹਾ ਹੁੰਦਾ, ਸਿਮਿਲਰ ਇਨ ਕੇਸ ਆਫ ਐਰੋਪਲੇਨ, ਠੀਕ ਹੈ। ਇਹ ਸੀ ਬੇਟਾ ਅੱਜ ਦਾ ਲੈਕਚਰ ਆਪਣਾ। ਮੈਨੂੰ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਫ੍ਰਿਕਸ਼ਨ ਦਾ ਜਿਹੜਾ ਕੰਸੈਪਟ ਹੈ ਕਲੀਅਰ ਹੋ ਗਿਆ ਹੋਊਗਾ। ਬਿਲਕੁਲ ਈਜ਼ੀ ਕੰਸੈਪਟ ਹੈ ਇਹ। ਨੈਕਸਟ ਕੰਸੈਪਟ ਦੇ ਨਾਲ ਆਪਾਂ ਜਲਦੀ ਮਿਲਾਂਗੇ। ਉਸ ਤੋਂ ਬਾਅਦ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ MCQs ਵੀ ਡਿਸਕਸ ਕਰੀਏ। ਜੁੜੇ ਰਹੋ ਆਪਣੇ ਚੈਨਲ ਦੇ ਨਾਲ। ਧੰਨਵਾਦ।